हेलो एवरीवन, वेलकम यू ऑल इन योर ओन चैनल लर्न एवरीथिंग। सो ਆਪਾਂ ਲੀਨੀਅਰ ਇਨਕੁਐਲਿਟੀ ਕਰ ਚੁੱਕੇ ਸੀ, ਉਹਦੇ ਵਿੱਚ ਥੋੜਾ ਜੋ ਹੈ ਕੁਝ ਐਕਸਟਰਾ ਸੀ ਉਹ ਰਹਿ ਗਿਆ ਸੀ, ਉਹ ਹੁਣ ਆਪਾਂ ਕਰਾਂਗੇ। ਠੀਕ ਹੈ, ਇਹਦੇ ਵਿੱਚ ਕੁਝ ਇੰਪੋਰਟੈਂਟ ਟਾਈਪਸ ਹੈਗੇ ਨੇ, ਲਾਈਕ ਤੁਹਾਨੂੰ ਇਕੁਏਸ਼ਨ ਕਿੱਦਾਂ ਸਟੇਟਮੈਂਟ ਤੋਂ ਕਿੱਦਾਂ ਲੀਨੀਅਰ ਇਨਕੁਐਲਿਟੀ ਦੀ ਫਾਰਮ 'ਚ ਲਿਖਿਆ ਜਾ ਸਕਦਾ, ਇਹ ਪੁੱਛਿਆ ਜਾ ਸਕਦਾ ਤੁਹਾਨੂੰ। ਠੀਕ ਹੈ, ਸੋ ਦੇਖਦੇ ਹਾਂ। Find all pair of consecutive odd natural number both of which are larger than 10 such that their sum is less than 40। ਉਹ ਕੀ ਕਹਿ ਰਿਹਾ, ਅਸੀਂ ਪੇਅਰ ਪਤਾ ਕਰਨੇ ਆ ਕੌਨਜੀਕਿਊਟਿਵ ਔਡ ਨੈਚੁਰਲ ਨੰਬਰ ਦੇ ਕਿ ਜਿਹੜੇ ਬੋਥ ਆਫ ਵਿਚ ਆਰ ਲਾਰਜਰ ਦੈਨ 10 ਹੋਣ ਸੱਚ ਦੈਟ ਕਿ ਦੇਰਾ ਸਮ ਇਜ਼ ਲੈਸ ਦੈਨ ਕਿੰਨਾ ਹੋਵੇ 40। ਲੈਟ x ਬੀ ਅ ਸਮੋਲਰ ਆਫ ਟੂ ਕੌਨਜੀਕਿਊਟਿਵ ਔਡ ਨੈਚੁਰਲ ਨੰਬਰ। ਲੈਟਸ ਸੇ ਜਿਹਦਾ ਇੱਕ x ਹੈਗਾ ਤੇ ਦੂਸਰਾ ਕੀ ਹੋਏਗਾ ਫਿਰ x+2। ਇਹ ਕੌਨਜੀਕਿਊਟਿਵ ਨੰਬਰ ਲੈ ਲੇ। ਇੱਕੋ ਨੇ ਬੋਲਿਆ ਗ੍ਰੇਟਰ ਦੈਨ ਕੀ ਹੈ 10, ਸੋ x ਗ੍ਰੇਟਰ ਦੈਨ ਲੈ ਲਿਆ 10, ਬਟ ਉਹਨਾਂ ਸਮ ਜਿਹੜਾ ਜਿਹਨੂੰ ਜੋੜਾਂਗੇ ਉਹ ਲੈਸ ਦੈਨ ਕੀ ਆਏਗਾ 40। ਸੋ ਸਮ ਇਜ਼ ਲੈਸ ਦੈਨ 40, ਸੋ ਇੱਥੇ 2x+2 ਲੈਸ ਦੈਨ 40 ਦੈਟ ਇਜ਼ x ਲੈਸ ਦੈਨ 90। ਸੋ ਇੱਥੇ ਇਕੁਏਸ਼ਨ ਕੀ ਬਣ ਗਈ ਕਿ ਸਾਡੇ ਕੋਲ ਜਿਹੜਾ x ਆ ਉਹ 10 ਤੋਂ ਗ੍ਰੇਟਰ ਦੈਨ ਹੈ ਤੇ 19 ਤੋਂ ਛੋਟਾ। ਤਾਂ ਪੋਸੀਬਲ ਪੇਅਰ ਕਿਹੜੇ ਹੋ ਸਕਦੇ 11 13 13 ਐਂਡ 15। ਠੀਕ ਹੈ, ਐਂਡ 15 ਐਂਡ 17 70 ਐਂਡ 19। ਸੋ ਇਹ ਕੌਨਜੀਕਿਊਟਿਵ ਔਡ ਪੇਅਰ ਬਣ ਜਾਣਗੇ। ਠੀਕ ਹੈ ਜੀ, ਇੱਦਾਂ ਉਹਨੇ ਪੁੱਛਿਆ ਸੀ ਨਾ ਕੁਐਸਚਨ ਫਾਈਂਡ ਦ ਆਲ ਪੇਅਰ ਆਫ ਕੌਨਜੀਕਿਊਟਿਵ ਔਡ ਨੈਚੁਰਲ ਨੰਬਰ। ਸੋ ਇਹ ਪੇਅਰ ਬਣ ਜਾਣਗੇ। ਇੱਦਾਂ ਵੀ ਤੁਹਾਨੂੰ ਕੁਐਸਚਨ ਜਿਹੜਾ ਪੁੱਟ ਕੀਤਾ ਜਾ ਸਕਦਾ, ਸਟੇਟਮੈਂਟ ਦੇ ਕੇ ਉਹ ਕੁਐਸਚਨ ਪੁੱਟ ਕਰ ਲਏਗਾ। ਕਲੀਅਰ ਹੈ ਜੀ। ਨੈਕਸਟ ਚੱਲਦੇ ਹਾਂ। ਫਾਈਂਡ ਆਲ ਪੇਅਰ ਆਫ ਕੌਨਜੀਕਿਊਟਿਵ ਔਡ ਪੋਜ਼ੀਟਿਵ ਨੰਬਰ both of which are smaller than 12 such that their sum is more than 11। मतलब बोल रहा ਤੁਸੀਂ ਪੇਅਰ ਪਤਾ ਕਰਨੇ ਸਾਰੇ ਕੌਨਜੀਕਿਊਟਿਵ ਔਡ ਪੋਜ਼ੀਟਿਵ ਨੰਬਰ ਦੇ ਕਿ both of which are smaller ਕਿ ਦੋਨੇ ਸਮਾਲਰ ਹੋਣ ਦੈਨ 12 ਸੱਚ ਦੈਟ ਉਹਦਾ ਸਮ ਜਿਹੜਾ ਉਹ 11 ਤੋਂ ਵੱਡਾ ਹੋਵੇ। ਸੋ ਸਭ ਤੋਂ ਪਹਿਲਾਂ x ਵੀ ਹੈ ਲਾਰਜਰ ਆਫ ਟੂ ਕੌਨਜੀਕਿਊਟਿਵ ਪੋਜ਼ੀਟਿਵ ਇੰਟੀਜ਼ਰ ਦੇ ਵਿੱਚ x ਲਾਰਜਰ ਹੈਗਾ, ਦੈਨ ਦਾ ਸਮਾਲਰ ਕੀ ਹੋ ਜਾਏਗਾ x-2। ਓਕੇ, x ਕੀ ਉਹਨੇ ਇੱਕ ਨੰਬਰ ਬੋਲਿਆ ਹੈ ਕਿ ਸਮਾਲਰ ਹੈਗਾ 12 ਨਾਲੋਂ ਤੇ ਬਟ ਉਹਦਾ ਸਮ ਜਿਹੜਾ ਉਹ ਗ੍ਰੇਟਰ ਹੈਗਾ 11 ਨਾਲੋਂ, ਤੇ ਸਮ ਅਸੀਂ ਗ੍ਰੇਟਰ ਦੈਨ 11 ਲੈ ਲਿਆ, ਉੱਥੋਂ x ਕੀ ਹੈਗਾ ਗ੍ਰੇਟਰ ਦੈਨ 13/2। ਸੋ x ਕਿਹਦੇ ਬਿਟਵੀਨ ਆ ਗਿਆ 13/2 ਐਂਡ 12। ਸੋ ਕਲੀਅਰ ਆ, 13/2 ਐਂਡ 12 ਦੇ ਵਿਚਕਾਰ ਆ ਗਿਆ। ਤਾਂ ਇਸ ਤੋਂ ਪੋਸੀਬਲ ਪੇਅਰ ਕਿਹੜੇ ਬਣ ਜਾਣਗੇ 5 7 ਬਣ ਜਾਣਗੇ। ਠੀਕ ਹੈ, ਐਂਡ 7 9 ਬਣ ਜਾਏਗਾ ਤੇ 9 11 ਬਣ ਜਾਏਗਾ। ਸੋ ਅਸੀਂ ਇਹਦੇ ਵਿਚਕਾਰ ਵਾਲੇ ਲੈ ਲੈਣੇ। ਠੀਕ ਹੈ, ਸੋ ਇਹਦੇ ਵਿਚਕਾਰ ਵਾਲੇ ਕਿਹੜੇ ਹੈਗੇ 5 7 ਆ ਗਿਆ, ਕਿਉਂਕਿ ਅਸੀਂ ਔਡ ਲੈਣੇ ਹੈਗੇ ਆ ਨਾ, ਤਾਂ ਔਡ ਲੈ ਲੈਣੇ ਆਪਾਂ 5 7 7 9 ਤੋਂ 9 ਤੋਂ 12 12 ਤੋਂ ਪਹਿਲਾਂ ਰਹਿਣਾ। ਕਲੀਅਰ ਹੈ ਜੀ। ਨੈਕਸਟ ਚੱਲਦੇ ਹਾਂ ਕੁਐਸਚਨ ਤੇ। ਨੈਕਸਟ ਦੇਖੋ ਦ ਮਾਰਕਸ obtained by student in the first terminal and the second terminal। ਫਸਟ ਟਰਮੀਨਲ ਤੇ ਸੈਕਿੰਡ ਟਰਮੀਨਲ 'ਚ ਦੱਸ ਦੇ ਮਾਰਕਸ ਕਿੰਨੇ ਹੈ 62 ਐਂਡ 48। ਫਾਈਂਡ ਦ ਮਿਨੀਮਮ ਨੰਬਰ ਆਫ ਮਾਰਕਸ ਹੀ ਸ਼ੁੱਡ ਗੈਟ ਇਨ ਦ ਐਨੂਅਲ ਐਗਜ਼ਾਮੀਨੇਸ਼ਨ ਟੂ ਹੈਵ ਦ ਐਵਰੇਜ ਆਫ ਐਟਲੀਸਟ 60 ਮਾਰਕਸ। ਕਿ ਉਹਦੀ ਜਿਹੜੀ ਐਵਰੇਜ ਆ ਉਹ ਐਟਲੀਸਟ 60 ਜੋ ਮਾਰਕਸ ਦੀ ਹੋਵੇ ਐਨੂਅਲ ਐਗਜ਼ਾਮੀਨੇਸ਼ਨ 'ਚ, ਉਹਨੂੰ ਕਿੰਨੇ ਜਿਹੜੇ ਮਿਨੀਮਮ ਮਾਰਕਸ ਜਿਹੜੇ ਆ ਲੈਣੇ ਪੈਣੇ ਆ। ਸੋ ਐਕਸ ਬੀ ਦਾ ਮਾਰਕਸ ਇਨ ਦ ਐਨੂਅਲ ਐਗਜ਼ਾਮੀਨੇਸ਼ਨ ਲੈਟਸ ਸੇ ਪਹਿਲੇ ਟਰਮੀਨਲ ਤੇ ਸੈਕਿੰਡ ਟਰਮੀਨਲ 'ਚੋਂ ਦੇਣੇ ਆ ਅਸੀਂ ਪਲੱਸ ਏ ਐਕਸ। ਐਵਰੇਜ ਕਿੱਦਾਂ ਕੱਢਦੇ ਹੁੰਦੇ, ਉੱਪਰ ਇਹਨਾਂ ਦਾ ਸਮ ਨੀਚੇ ਨੰਬਰ ਆਫ ਟਰਮਸ। ਠੀਕ ਆ, ਸਮ ਆਫ ਟਰਮਸ ਡਿਵਾਈਡ ਬਾਈ ਨੰਬਰ ਆਫ ਟਰਮਸ। ਉਹਨੇ ਬੋਲਿਆ ਐਟਲੀਸਟ 60 ਹੋਣਾ ਚਾਹੀਦਾ, ਦੈਟ ਮੀਨਸ ਇਟ ਸ਼ੁੱਡ ਬੀ ਗ੍ਰੇਟਰ ਦੈਨ ਇਕੁਅਲ ਟੂ 60। ਸੋ ਉੱਥੋਂ ਅਸੀਂ ਇਹਨੂੰ ਕੀਤਾ 110 ਪਲੱਸ ਐਕਸ ਗ੍ਰੇਟਰ ਦੈਨ ਇਕੁਅਲ ਟੂ 180। ਇੱਥੋਂ ਸੋਲਵ ਕਰਕੇ ਕੀ ਹੈਗਾ ਐਕਸ ਗ੍ਰੇਟਰ ਦੈਨ 70। ਸੋ ਨੰਬਰ ਆਫ ਮਿਨੀਮਮ ਮਾਰਕਸ ਕਿੰਨੇ ਆ ਜਾਣਗੇ ਇੱਥੇ 70। ਕਲੀਅਰ ਆ ਜੀ, ਈਜ਼ੀ ਹੈਗਾ, ਕੁਛ ਔਖਾ ਨਹੀਂ ਹੈਗਾ, ਸਿੰਪਲ ਹੈਗੇ ਨੇ ਬਿਲਕੁਲ। ਨੈਕਸਟ ਹੈਗਾ ਜੀ ਟੂ ਰਿਸੀਵ ਗ੍ਰੇਡ ਏ ਇਨ ਕੋਰਸ ਵਨ ਮਸਟ obtain ਐਵਰੇਜ ਆਫ 90 ਮਾਰਕਸ। ਕਿ ਜੇ ਕਿਸੇ ਨੇ ਗ੍ਰੇਡ ਏ ਲੈਣਾ ਕਿਸੇ ਕੋਰਸ ਦੇ ਵਿੱਚ ਉਹਦੇ ਕੋਲ ਐਵਰੇਜ ਕਿੰਨੀ ਹੋਣੀ ਚਾਹੀਦੀ 90 ਮਾਰਕਸ ਦੀ, ਔਰ ਮੋਰ ਇਨ 5 ਐਗਜ਼ਾਮੀਨੇਸ਼ਨ ਈਚ ਆਫ 100 ਮਾਰਕਸ। ਤੇ ਉਹ ਬੋਲ ਰਿਹਾ ਜਾਂ ਫਿਰ ਇਨ 5 ਐਗਜ਼ਾਮੀਨੇਸ਼ਨ ਉਹਨੂੰ 100 ਮਾਰਕਸ ਲੈਣੇ ਪੈਣੇ ਆ। ਇਫ ਸੁਨੀਤਾ ਮਾਰਕਸ ਇਨ ਫਸਟ 4 ਐਗਜ਼ਾਮੀਨੇਸ਼ਨ ਦਿੱਤਾ 87 92 94 ਐਂਡ 95, ਤੇ ਅਸੀਂ ਪਤਾ ਕਰਨਾ ਕਿ 5th ਐਗਜ਼ਾਮੀਨੇਸ਼ਨ 'ਚੋਂ ਮਿਨੀਮਮ ਕਿੰਨੇ ਮਾਰਕਸ ਲਵੇ। ਠੀਕ ਹੈ, ਮਿਨੀਮਮ ਮਾਰਕਸ ਦੈਟ ਸੁਨੀਤਾ ਸ਼ੁੱਡ obtained in the 5th ਐਗਜ਼ਾਮੀਨੇਸ਼ਨ ਟੂ ਗੈਟ ਗ੍ਰੇਡ ਏ। ਜਦ ਕਿ ਗ੍ਰੇਡ ਏ ਲੈਣ ਲਈ ਮਿਨੀਮਮ ਮਾਰਕਸ ਐਵਰੇਜ ਕਿੰਨੀ ਹੈਗੀ ਹੈ 90। ਕਲੀਅਰ। ਸੋ ਪਹਿਲੇ 'ਚ ਉਹਦੇ 87 ਸੀ, ਫਿਰ 92 94 95 ਇਹ ਮੰਨ ਲਿਆ ਆਪਾਂ ਐਕਸ ਕੀ, ਤੇ ਐਵਰੇਜ ਉਹਨੇ ਕਿਹਾ ਸੀ ਐਵਰੇਜ ਉੱਪਰ ਕੀ ਹੁੰਦਾ ਸਮ ਆਫ ਟਰਮਸ ਡਿਵਾਈਡ ਬਾਈ ਨੰਬਰ ਆਫ ਟਰਮਸ। ਇਹ ਕੀ ਲੈ ਲਿਆ ਆਪਾਂ ਗ੍ਰੇਟਰ ਦੈਨ ਇਕੁਅਲ ਟੂ 90, ਕਿਉਂਕਿ ਟੂ ਰਿਸੀਵ ਗ੍ਰੇਡ ਏ ਵਨ ਮਸਟ obtain ਐਨ ਐਵਰੇਜ ਕਿੰਨੀ 90 ਮਾਰਕਸ ਦੀ। ਸੋ ਇਹ ਆ ਗਿਆ ਗ੍ਰੇਟਰ ਦੈਨ ਇਕੁਅਲ ਟੂ 90। ਸੋ ਇਹਨੂੰ ਅਸੀਂ ਸੋਲਵ ਕੀਤਾ, ਸੋਲਵ ਕਰਕੇ इधर 19 5 ਨਾਲ ਮਲਟੀਪਲਾਈ ਕੀਤਾ 450 ਆ ਗਿਆ। ਸੋ ਇੱਥੋਂ ਐਕਸ ਕੀ ਆ ਗਿਆ ਗ੍ਰੇਟਰ ਦੈਨ ਇਕੁਅਲ ਟੂ 82। ਸੋ ਮਿਨੀਮਮ ਮਾਰਕਸ ਨਹੀਂ ਤੁਹਾਨੂੰ ਕਿੰਨੇ ਲੈਣੇ ਪੈਣੇ 82, ਤਾਂ ਕਿ ਉਹਦਾ ਗ੍ਰੇਡ ਕੀ ਆ ਜਾਵੇ ਏ ਆ ਜਾਵੇ। क्लियर है जी, ईजी है। नैक्सट द लॉन्गेस्ट साइड ऑफ ट्राइंगल 3 टाइम्स द शॉर्टर साइड एंड द थर्ड साइड इज़ 2 सेंटीमीटर शॉर्टर दैन द लॉन्गेस्ट साइड। जी लॉन्गेस्ट साइड आ ट्राइंगल की वो 3 टाइम्स शॉर्ट हैगी आ शॉर्टर साइड का, एंड जी थर्ड साइड आ वो
2 ਸੈਂਟੀਮੀਟਰ ਸ਼ਾਰਟਰ ਹੈਗੀ ਲੌਂਗੈਸਟ ਸਾਈਡ ਨੂੰ। ਤੇ ਜੇ ਪੈਰਾਮੀਟਰ ਟ੍ਰਾਇੰਗਲ ਦੇ ਜਿਹੜੇ ਹੈਗੇ ਆ, ਪੈਰਾਮੀਟਰ ਜਿਹੜਾ ਟ੍ਰਾਇੰਗਲ ਦਾ ਹੈਗਾ ਉਹ ਐਟਲੀਸਟ 61 ਸੈਂਟੀਮੀਟਰ ਹੈਗਾ। ਅਸੀਂ ਮਿਨੀਮਮ ਲੈਂਥ ਪਤਾ ਕਰਨੀ ਸ਼ਾਰਟਰ ਸਾਈਡ ਦੀ। ਸੋ ਦੇਖੋ ਐਕਸ ਵੀ ਦਾ ਸ਼ਾਰਟਰ ਸਾਈਡ, ਲੌਂਗੈਸਟ ਸਾਈਡ ਬੋਲਿਆ ਸੀ ਉਹਦਾ 3 ਟਾਈਮਸ ਹੈਗੀ ਹੈ, ਅਤੇ ਥਰਡ ਸਾਈਡ ਜਿਹੜੀ ਸੀਗੀ ਉਹਦੀ ਜਿਹੜੀ ਲੌਂਗੈਸਟ ਸਾਈਡ ਆ ਉਹ ਤੋਂ 2 ਘੱਟ ਸੀਗੀ, ਠੀਕ ਹੈ, 2 ਕਮ ਸੀਗੀ। ਸੋ ਇਹ ਸਾਈਡ ਇਸ ਤਰ੍ਹਾਂ ਆਪਾਂ ਬਣਾ ਲਈਆਂ। ਸੋ ਉਹਨਾਂ ਦਾ ਸਮ ਸਾਰਿਆਂ ਦਾ ਕੀ ਬੋਲਿਆ, ਪੈਰਾਮੀਟਰ ਬੋਲਿਆ। ਇਹ ਪੈਰਾਮੀਟਰ ਕੀ ਹੁੰਦਾ, ਉਹਨਾਂ ਸਾਰੀਆਂ ਸਾਈਡ ਦਾ ਸਮ, ਉਹ ਕੀ ਐਟਲੀਸਟ ਕਿਹਾ ਸੀਗਾ, ਸੋ ਗ੍ਰੇਟਰ ਦੈਨ ਇਕੁਅਲ ਟੂ ਲੈ ਲਾਂਗੇ ਆਪਾਂ, ਠੀਕ ਹੈ। ਐਟਲੀਸਟ 61 ਮਤਲਬ ਐਟਲੀਸਟ ਮਤਲਬ ਮਿਨੀਮਮ, ਵੱਧ ਤੋਂ ਵੱਧ ਜਿੰਨਾ ਮਰਜ਼ੀ ਹੋ ਸਕਦਾ ਨਾ। ਸੋ ਇਹ ਗੱਲ ਕਲੀਅਰ ਲਿਖੋ, ਐਟਲੀਸਟ ਤੇ ਆਪਾਂ ਕਿਉਂ ਗ੍ਰੇਟਰ ਦੈਨ ਇਕੁਅਲ ਟੂ ਲੈਣਾ। ਐਟਲੀਸਟ ਦਾ ਮਤਲਬ ਨਾ ਮਿਨੀਮਮ ਵੈਲਿਊ ਨਹੀਂ ਹੈ ਚਾਹੀਦੀ, ਮੈਕਸਿਮਮ ਜਿੰਨੀ ਮਰਜ਼ੀ ਹੋਵੇ, ਇਸ ਲਈ। ਸੋ ਇਹਨੂੰ ਅਸੀਂ ਸੋਲਵ ਕਰ ਲੈਣੇ, ਇਕੁਐਲਿਟੀ ਤਾਂ ਸੋਲਵ ਕਰ ਹੀ ਲੈਂਦੇ ਹੋ ਤੁਸੀਂ। ਤੇ ਇੱਥੋਂ x ਗ੍ਰੇਟਰ ਦੈਨ ਇਕੁਅਲ ਟੂ ਆ ਗਿਆ 9। ਸੋ ਮਿਨੀਮਮ ਲੈਂਥ ਸ਼ਾਰਟਰ ਸਾਈਡ ਦੀ ਕਿੰਨੀ ਹੋਣੀ ਚਾਹੀਦੀ ਹੈ, 9 ਸੈਂਟੀਮੀਟਰ। ਨੈਕਸਟ, ਦ ਵਾਟਰ ਐਸਿਡਿਟੀ ਇਨ ਅ ਪੂਲ ਇਜ਼ ਕੰਸੀਡਰਡ ਨਾਰਮਲ ਵੈਨ ਦ ਐਵਰੇਜ pH ਰੀਡਿੰਗ ਆਫ 3 ਡੇਲੀ measurements is between 7.2 and 7.8 ਓਕੇ। ਸੋ ਅਸੀਂ 3 ਡੇਲੀ ਰੀਡਿੰਗਸ ਲੈਂਦੇ ਹਾਂ। ਤੋ ਇਹਨਾਂ ਦੀ ਜਿਹੜੀ ਦੱਸ ਰਿਹਾ ਹੈ ਕਿ ਮੇਜ਼ਰਮੈਂਟਸ ਆ ਉਹ 7.2 ਤੋਂ 7.8 ਦੇ ਵਿਚਕਾਰ ਆਉਂਦੇ ਆ ਨਾਰਮਲ pH ਦੀ ਐਵਰੇਜ ਲਈ। ਤੋ ਇਫ ਦਾ ਫਸਟ 2 ਰੀਡਿੰਗ ਸਾਨੂੰ ਗਿਵਨ ਹੈਗੀਆਂ ਨੇ, ਰੇਂਜ ਜਿਹੜੀ 72 ਤੋਂ 78 ਦੇ ਵਿਚਕਾਰ ਵੇਰੀ ਕਰੇਗੀ, ਠੀਕ ਹੈ। 2 ਦਿੱਤੀਆਂ ਵੈਲਿਊਜ਼ ਫਸਟ 2 ਰੀਡਿੰਗ ਦਾ, 3 ਰੀਡਿੰਗ ਲੈਂਦੇ ਆ ਡੇਲੀ, 7.48 7.85 2 ਰੀਡਿੰਗ ਹੈਗੀਆਂ, ਤੀਸਰੀ ਰੀਡਿੰਗ ਨੂੰ ਆਪਾਂ x ਮੰਨ ਲਿਆ। ਸੋ ਇਹਦੀ ਜਿਹੜੀ ਐਵਰੇਜ ਆ ਉਹ ਇਹਦੇ ਵਿਚਕਾਰ ਲਾਈ ਕਰ ਰਹੀ ਹੈ, ਠੀਕ ਹੈ। ਸੋ ਇਹਨੂੰ ਤੁਸੀਂ ਬਸ ਇਕੁਐਲਿਟੀ ਨੂੰ ਸੋਲਵ ਕਰਨ ਲੱਗੇ ਤਾਂ 7.2 7.8 ਵਿੱਚ ਐਵਰੇਜ ਦੇ ਦਿੱਤੀ, ਇਹਨੂੰ ਤੁਸੀਂ ਸੋਲਵ ਕਰ ਲਓ। ਸੋਲਵ ਕਰਕੇ ਤੁਹਾਡੇ ਕੋਲ ਇਹ ਜਿਹੜੀਆਂ ਲਿਮਿਟਸ ਰੇਂਜਸ ਨਿਕਲ ਜਾਣਗੀਆਂ। ਸੋ ਰਿਕੁਆਇਰਡ ਰੇਂਜਸ ਡੇਲੀ ਦੀਆਂ ਨਾਰਮਲ ਵਾਟਰ ਲਈ। ਨੈਕਸਟ, ਹਾਊ ਮੈਨੀ ਲੀਟਰ। ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਬੋਲਿਆ ਏ ਕੰਪਨੀ ਮੈਨੂਫੈਕਚਰਸ ਕੈਸੇਟਸ ਐਂਡ ਇਟਸ ਕਾਸਟ ਇਕੁਏਸ਼ਨ ਫॉर ਅ ਵੀਕ ਇਜ਼ C is equals to 300 plus 1.5x and its revenue equation R is equals to 2x where x is the number of cassettes sold in a week. How many cassette must be sold for the company to realize a profit? So ਇੱਕ ਕੰਪਨੀ ਆ ਮੈਨੂਫੈਕਚਰ ਕਰਦੀ ਸੀ ਕੈਸੇਟਸ, ਤੇ ਇਹਦੀ ਕਾਸਟ ਇਕੁਏਸ਼ਨ ਸੀਗੀ ਇੱਕ ਵੀਕ ਲਈ C is equals to 300 plus 1.5x ਐਂਡ ਰੈਵਨਿਊ ਇਕੁਏਸ਼ਨ ਸੀ R equal to 2x, ਜਿੱਥੇ x ਕੀ ਸੀ, ਨੰਬਰ ਆਫ ਕੈਸੇਟ ਕਿੰਨੀਆਂ ਸੋਲਡ ਹੁੰਦੀਆਂ ਇੱਕ ਵੀਕ ਦੇ ਵਿੱਚ। ਤੇ ਹਾਊ ਮੈਨੀ ਕੈਸੇਟ ਸੋਲਡ ਹੋਣੀਆਂ ਚਾਹੀਦੀਆਂ ਫॉर ਦ ਕੰਪਨੀ ਟੂ ਰਿਅਲਾਈਜ਼ ਪ੍ਰੋਫਿਟ, ਕਿ ਕੰਪਨੀ ਨੂੰ ਪ੍ਰੋਫਿਟ ਹੋਵੇ, ਕਿੰਨੀਆਂ ਕੈਸੇਟਸ ਜਿਹੜੀਆਂ ਉਹ ਸੋਲਡ ਹੋਣੀਆਂ ਚਾਹੀਦੀਆਂ। ਸੋ ਫॉर ਪ੍ਰੋਫਿਟ ਲਈ ਰੈਵਨਿਊ ਮਸਟ ਬੀ ਗ੍ਰੇਟਰ ਦੈਨ ਦਾ ਕਾਸਟ, ਠੀਕ ਹੈ। ਸੋ ਰੈਵਨਿਊ ਸਾਡੇ ਕੋਲ ਕਿੰਨਾ ਸੀ 2x, ਕਾਸਟ ਕਿੰਨੀ ਸੀ 300 plus 1.5। ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਪ੍ਰੋਫਿਟ ਚਾਹੀਦਾ, ਤਾਂ ਇਹਦਾ ਮਤਲਬ ਰੈਵਨਿਊ ਸਾਡਾ ਜ਼ਿਆਦਾ ਜਨਰੇਟ ਹੋ ਜਾਣਾ ਐਜ਼ ਕੰਪੈਰੀਜ਼ਨ ਟੂ ਕਾਸਟ। ਸੋ ਬਸ ਇਹ ਤੋਂ ਕਰ ਦਿਓ। ਨੈਕਸਟ ਹੈਗਾ ਕੰਪਨੀ ਮੈਨੂਫੈਕਚਰਸ ਕੈਸੇਟ ਇਟ ਕਾਸਟ ਐਂਡ ਰੈਵਨਿਊ ਫੰਕਸ਼ਨਸ ਆਰ CX ਦਿੱਤਾ ਹੋਇਆ, ਇਹ RX ਦਿੱਤਾ ਹੋਇਆ ਤੁਹਾਨੂੰ। X ਨੰਬਰ ਆਫ ਕੈਸੇਟਸ ਹੈਗੀਆਂ ਜਿਹੜੀ ਇੱਕ ਸੋਲਡ ਕੀਤੀਆਂ ਇੱਕ ਵੀਕ 'ਚ। ਹਾਊ ਮੈਨੀ ਐਸਟਸ ਮਸਟ ਬੀ ਸੋਲਡ ਬਾਈ ਦਾ ਕੰਪਨੀ ਟੂ ਰਿਅਲਾਈਜ਼ ਦਾ ਸੇਮ ਪ੍ਰੋਫਿਟ। ਓਕੇ, ਸੋ ਸੇਮ ਪ੍ਰੋਫਿਟ ਲਈ ਉਹਨੇ ਬੋਲਿਆ ਆ ਕਿੰਨੀਆਂ ਕੈਸਟਸ ਜਿਹੜੀਆਂ ਆ ਉਹ ਸੋਲਡ ਹੋਣੀਆਂ ਚਾਹੀਦੀਆਂ। ਸੋ ਇਹਦੇ ਵਿੱਚ ਆਏਗਾ PX ਪ੍ਰੋਫਿਟ ਇਕੁਅਲ ਟੂ RX ਮਾਈਨਸ CX। ਸੋ ਰੈਵਨਿਊ ਸਾਡਾ ਜ਼ਿਆਦਾ ਹੋਣਾ ਨਾ ਪ੍ਰੋਫਿਟ ਲਈ, ਸੋ ਇਸ ਲਈ ਰੈਵਨਿਊ 'ਚ ਆਪਾਂ ਮਾਈਨਸ ਕਰ ਦਿੱਤਾ ਕਾਸਟ ਦਾ ਫੰਕਸ਼ਨ। ਸੋ ਦੋਨਾਂ ਨੂੰ ਮਾਈਨਸ ਕਰਕੇ ਦੇਖ ਲੈਣਾ ਤੁਹਾਡੇ ਕੋਲ ਕਿੰਨਾ ਆਉਂਦਾ। ਸੋ ਉਹਨੂੰ ਗ੍ਰੇਟਰ ਦੈਨ ਕੀ ਰੱਖ ਲੈਣਾ 0, ਜਿੱਦਾਂ ਮਰਜ਼ੀ ਕਰ ਲਓ, ਜਾਂ ਸਿੱਧਾ ਰੈਵਨਿਊ ਨੂੰ ਗ੍ਰੇਟਰ ਦੈਨ 0 ਰੱਖ ਕੇ ਕਰ ਲਓ। ਸੋ ਇਹਦੇ ਅਕੋਰਡਿੰਗ ਅਸੀਂ ਨੰਬਰ ਆਫ ਕੈਸੇਟਸ ਫਾਈਂਡ ਆਊਟ ਕਰ ਸਕਦੇ ਹਾਂ। ਨੈਕਸਟ, ਦਾ ਵਾਟਰ ਐਸਿਡਿਟੀ ਇਨ ਦਾ ਪੂਲ ਕੰਸੀਡਰਡ ਹੈਗੀ ਆ ਜੀ, ਰੇਂਜਿਸ ਦੱਸੀਆਂ ਹੋਈਆਂ 3 ਰੀਡਿੰਗਸ ਲਈਆਂ 8.2 8.5, ਇੱਕ ਸਾਨੂੰ ਪਤਾ ਨੂੰ ਨੈਕਸਟ ਮੰਨ ਲਿਆ ਉਹਦੀ ਐਵਰੇਜ ਜਿਹੜੀ ਆ ਉਹਦੀ ਰੀਡਿੰਗ ਕਿੰਨੀ ਆ ਬਿਟਵੀਨ 8.2 ਟੂ 8.5 ਦੇ ਵਿਚਕਾਰ, ਠੀਕ ਹੈ। ਇਹ ਸਾਨੂੰ 2 ਰੀਡਿੰਗ ਦਿੱਤੀਆਂ, ਸੌਰੀ ਇਹ ਵਾਲੀਆਂ 2 ਰੀਡਿੰਗ ਸੀਗੀਆਂ। ਫਸਟ 2 ਰੀਡਿੰਗਸ ਇਹ ਸੀਗੀਆਂ, ਅਸੀਂ ਥਰਡ ਰੀਡਿੰਗ ਮੰਨ ਲਈ ਲੈਟਸ ਸੇ x, ਤੇ ਐਵਰੇਜ ਕੱਢ ਲਿਓ, ਐਵਰੇਜ ਇਹਦੇ ਵਿੱਚ ਕਾਰ ਲਾਈ ਕਰ। ਇੱਦਾਂ ਹੁਣ ਦੇਖੋ ਤੁਸੀਂ ਸੈਕਿੰਡ ਇਕੁਏਸ਼ਨ ਦਾ 3x plus 2y ਆ, ਇੱਥੇ ਵੀ ਮੈਂ 0 0 ਪੁੱਟ ਕਰਾਂਗੀ, 0 0 48 ਤੋਂ ਛੋਟਾ ਹੀ ਹੁੰਦਾ, ਠੀਕ ਹੈ। ਸੋ ਤੁਸੀਂ ਇਹਨੂੰ ਵੀ ਲੈਸ ਦੈਨ ਲਿਖੋਗੇ, ਲੈਸ ਦੈਨ 48, ਕਿਉਂਕਿ ਸੋਲਿਊਸ਼ਨ ਜੇ ਉਹਨੇ ਕਿਹਾ ਕਿ ਸੋਲਿਊਸ਼ਨ ਆਉਣਾ ਚਾਹੀਦਾ, ਦੈਟ ਮੀਨਸ ਅਸੀਂ ਓਰੀਜਨ ਟੂਵਰਡਸ ਸ਼ੇਡ ਕਰਨਾ। ਓਰੀਜਨ ਵੱਲ ਨੂੰ ਸ਼ੇਡ ਕਰਨ ਲਈ ਕੀ ਹੋਣਾ ਚਾਹੀਦਾ, ਜਦੋਂ ਮੈਂ ਇੱਥੇ 0 ਤੇ 0 ਪੁੱਟ ਕਰਾਂ, ਮਤਲਬ ਇਹ ਇਕੁਏਸ਼ਨ ਹੋਲਡ ਕਰਦੀ ਹੋਣੀ ਚਾਹੀਦੀ, ਮਤਲਬ 0 ਹੁਣ ਤੇ 0 0 ਲੈਸ ਦੈਨ 48 ਹੁੰਦਾ, ਬਸ ਤੁਸੀਂ ਲੈਸ ਦੈਨ ਲਿਖ ਦੇਣਾ। ਇੱਦਾਂ ਹੁਣ ਇਹ ਲਾਈਨ ਦੇਖੋ, ਇਹਨੂੰ ਮੈਂ ਓਰੀਜਨ ਦੀ ਤਰਫ ਹੀ x ਗ੍ਰੇਟਰ ਦੈਨ 0, ਮਤਲਬ ਇੱਧਰ ਨੂੰ ਸ਼ੇਡ ਹੋਇਆ ਪਿਆ, ਤੇ y ਵੀ ਗ੍ਰੇਟਰ ਦੈਨ 0, ਤਾਂ ਇਹ ਸਾਰਾ ਇੱਕ ਸ਼ੇਡਡ ਰੀਜ਼ਨ ਆ ਜਾਏਗਾ, ਕਲੀਅਰ। ਸੋ ਇੱਦਾਂ ਅਸੀਂ ਲਿਖਣਾ ਹੁੰਦਾ। ਇੱਦਾਂ ਇਹਦੇ ਵਿੱਚ ਵੀ ਸੋਲਿਊਸ਼ਨ ਸੈੱਟ ਦਾ ਹੋਣ ਲਈ ਕੀ ਹੋਏਗਾ, ਦੇਖੋ ਇਹ ਵਾਲੀ ਲਾਈਨ x plus y, ਇੱਥੇ ਵੀ 0 plus 0 0 plus 0 8 ਤੋਂ ਕੀ ਹੁੰਦੇ, ਵੱਡੇ ਹੁੰਦੇ ਕਿ ਛੋਟੇ ਹੁੰਦੇ, ਛੋਟੇ ਹੁੰਦੇ। ਸੋ ਇੱਥੇ ਵੀ ਲੈਸ ਦੈਨ 8 ਆ ਜਾਏਗਾ। ਸੋ ਇੱਥੇ ਦੇਖੋ ਹੁਣ x ਮੈਂ ਆਹ ਵਾਲਾ ਸ਼ੇਡਡ ਰੀਜ਼ਨ ਇੱਧਰ ਨੂੰ ਜਾਣਾ, ਹੁਣ ਮੈਂ ਰੀਜ਼ਨ ਤੋਂ ਪਰੇ ਨੂੰ ਜਾਣਾ, ਹੁਣ ਮੇਰੇ ਕੋਲ ਫੋਲੋ ਨਹੀਂ ਹੋਣਾ ਚਾਹੀਦਾ, ਯਾਨੀ 0 plus 0 ਉਹ ਕੀ ਹੁੰਦੇ ਆ 4 ਤੋਂ ਛੋਟੇ ਹੁੰਦੇ ਆ ਨਾ, ਪਰ ਅਸੀਂ ਇਹਨੂੰ ਮਤਲਬ ਗਲਤ ਲੈਣਾ,
मतलब जिद्दां मैं दस्सिया ना, जे तां इक्वेशन होल्ड करदी, जिहने ग्राफ वाली वीडियो देखी होगी उन्हें पता होएगा कि जे तां इक्वेशन होल्ड करदी है, जो मतलब सही आ जाती है 0 + 0 मतलब जो भी भरन ते वो बिल्कुल इक्वेशन ते होल्ड कर जाता, तो असीं उहनूं टुवर्ड्स द ओरिजिन शिफ्ट करदी। जे आपां ओरिजिन तो परे जाना फिर आपां उल्टा करदे हैं। हुण मैं ओरिजिन तो परे नूं जाना, मतलब कि ओरिजिन दे वल नहीं आना, इस एक लाइन लिए ओरिजिन तो परे जाना, इक्वेशन होल्ड नहीं करनी चाहिए। 0 + 0 ये उल्टा हो जाएगा, ग्रेटर दैन 4 आ जाएगा, ठीक है ना। सो सिमिलरली y + 5 है, मैं ओरिजिन दे वल नूं आना, y इज इक्वल टू 5 है तो मैं 0 लवांगी, 0 लेस दैन इक्वल टू की आ जाएगा 5। सिमिलरली एक्स मैं ओरिजिन वाल नूं जाना, ये भी सही लवांगी, इत्थे एक्स नूं 0 पुट करांगे, 0 5 तो छोटे होंदे, 0 लेस दैन 5। जो मैं ओरिजिन दे वाल नूं जाना फिर मैं वो सही लेना बिल्कुल कि हाँ 0 लेस दैन 5, बट जे मैं उस तो उल्टी साइड जाना हैगा फिर उन्होंने गलत लिख देना। मतलब फिर 0 जिद्दां हुण इत्थे साडे कोल सीगा 0 + 0 वो ग्रेटर दैन 4 थोड़ी ना होंदे आ, बट इत्थे मैं इद्दां क्यों लिखा, क्योंकि मैं ओरिजिन तो परे नहीं जाना, जो ओरिजिन तो परे नहीं जाना फिर मैंने गलत लेना है, ठीक है। इक्वेशन होल्ड नहीं सही करवानी। ਤੁਹਾਨੂੰ ਜਿਹਨਾਂ ਨੇ ਗ੍ਰਾਫ ਵਾਲੀ ਵੀਡੀਓ ਦੇਖੀ ਉਹਨਾਂ ਨੂੰ ਜ਼ਿਆਦਾ ਵਧੀਆ ਸਮਝ ਆ ਸਕਦਾ। ਬਸ ਇਹਦੇ ਵਿੱਚ ਇਹੀ ਸੀਗੇ। ਤੋ ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰਕੇ ਦੱਸਣਾ। ਥੈਂਕਸ ਫॉर ਵਾਚਿੰਗ ਦਾ ਵੀਡੀਓ।